जिन्हां हड्डां दी टहल टकोर कीती साडे पुरखियां ने ते साडे दाणियां ने, उन्हां साडे ही तख्त अकाल भन्ने, फौजां चाड़ के बहुते सियाणियां ने। ताबड़ तोड़ नज़र ने घुंड चुके, वज्जी पीपणी वड्डे जरवाणियां दी, मुंडे फुल्लां जे खतरियां नाल खह गए, ऐसी अदा सी नीलियां बाणियां दी। उन्होंने कविता लिखी सी एक कि वतन वासियों रखना याद सानू किते दिलां चों ना भुला जाना, पर उदी जगह हिंद वासियों रखना याद सानू किसी ने कीता। तुसी सारे इकट्ठे हो जाओ, क्योंकि ये जो लड़ाई है ये सिर्फ किसानां तक सीमित रह गई है, वो साडी होंद दी लड़ाई बन चुकी है। ये ज़मीन साडी माँ है, ते जे गल साडी माँ ते आवे तां असीं चुप नहीं बैठ सकते। साडे स्कूलों विचों साडियां किताबां चों साडा इतिहास गायब कर दिता गया है, इस मोटिव ते क्योंकि साडा इतिहास सानू जाणू करवांदा है कि पंजाब नाल की होया। सरकार नहीं चाहती कि पंजाब दी पीढ़ी अगे इस इतिहास नू जाणू रखे। ਜਦੋਂ ਤੁਸੀਂ 84 ਦੀ ਗੱਲ ਕਰਦੇ ਹੋ ਜਾਂ ਤੁਸੀਂ ਸ਼ਹੀਦਾਂ ਦੀ ਗੱਲ ਕਰਦੇ ਹੋ, ਤੁਹਾਡੇ ਮਦਰ ਨੇ ਜਾਂ ਕਿਸੇ ਨੇ ਤੁਹਾਨੂੰ ਕਿਹਾ ਵੀ ਕੁੜੀਏ ਨਾ ਕਿੰਨਾ ਤੂੰ ਬੋਲਦੀ ਹੈ, ਕੋਈ ਦਿੱਕਤ ਪ੍ਰੋਬਲਮ ਆ ਸਕਦੀ ਹੈ, ਕਦੀ ਕਿਸੇ ਨੇ ਰੋਕਿਆ? ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ। ਦਰਸ਼ਕੋ, ਕਈ ਵਾਰੀ ਮੈਂ ਦੇਖਦਾ ਹੁੰਨਾ ਵਾਂ ਕਾਦਰ ਦੀ ਕੁਦਰਤ ਦੇ ਅੰਦਰ ਬੜਾ ਕੁਝ ਗੋਡ ਗਿਫਟਡ ਹੁੰਦਾ ਹੈ। ਕੁਝ ਕਈ ਵਾਰੀ ਸਿੱਖਣਾ ਪੈਂਦਾ ਹੈ, ਕੁਝ ਕਈ ਵਾਰੀ ਪ੍ਰਮਾਤਮਾ ਕਿਸੇ ਦੀ ਝੋਲੀ ਦੇ ਵਿੱਚ ਪਾ ਕੇ ਭੇਜ ਦਿੰਦਾ ਹੈ। ਬਸ ਇਸੇ ਪ੍ਰਕਾਰ ਹੀ ਹੋਇਆ। ਮੈਨੂੰ ਕਈ ਵਾਰੀ ਇੰਝ ਲੱਗਦਾ ਵੀ ਸ਼ੰਭੂ ਮੋਰਚੇ ਦੇ ਵਿੱਚੋਂ ਕਈ ਸਾਨੂੰ ਆਗੂ ਮਿਲਣਗੇ, ਕਈ ਸਾਨੂੰ ਬੁਲਾਰੇ ਮਿਲਣਗੇ, ਕਈ ਸਾਨੂੰ ਸੰਘਰਸ਼ੀ ਵੀ ਲੱਭ ਜਾਣਗੇ। ਮੋਰਚਿਆਂ ਦੇ ਵਿੱਚੋਂ ਬੜਾ ਕੁਝ ਲੱਭ ਜਾਂਦਾ ਹੁੰਦਾ ਹੈ। ਸਾਨੂੰ ਇਸ ਸ਼ੰਭੂ ਬਾਰਡਰ ਮੋਰਚੇ ਦੇ ਵਿੱਚੋਂ ਇੱਕ ਬੱਚੀ ਜਿਸ ਦਾ ਨਾਮ ਹੈ ਪ੍ਰਨੀਤ ਕੌਰ, ਮੈਂ ਥੋੜ੍ਹਾ ਜਿਹਾ ਹਵਾਲਾ ਦੇ ਦਿਆਂ। ਇਹ ਬੇਟੀ ਉਹ ਪ੍ਰਨੀਤ ਕੌਰ ਹੈ ਜਿਹਦੀ ਉਮਰ 13 ਸਾਲ ਹੈ, 9th ਕਲਾਸ ਵਿੱਚ ਪੜ੍ਹਦੀ ਹੈ। ਤੇ ਪਿਛਲੇ ਦਿਨਾਂ ਵਿੱਚ ਸ਼ੰਭੂ ਬਾਰਡਰ ਮੋਰਚੇ ਦੇ ਉੱਪਰ ਜੋ ਬੱਚੀ ਨੇ ਬੋਲਿਆ ਉਹ ਕਮਾਲ ਕਰਕੇ ਰੱਖ ਦਿੱਤੀ। ਜੇ ਮੈਂ ਅਕਾਲ ਚੈਨਲ ਦੀ ਗੱਲ ਕਰਾਂ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਵਿਊਜ਼ ਆਏ, ਬੜਾ ਲੋਕਾਂ ਨੇ ਲਾਈਕ ਕੀਤਾ। ਜੇ ਅਦਰ ਕਿਸੇ ਚੈਨਲ ਦੇ ਉੱਪਰ ਦੇਖਾਂ ਤੇ ਉੱਥੇ ਵੀ ਬੱਚੀ ਦੀ ਵੀਡੀਓ ਹਰੇਕ ਨੇ ਸ਼ੇਅਰ ਕੀਤੀ ਔਰ ਕਹਿ ਦਿੱਤਾ ਕਿ ਇਸ ਬੱਚੀ ਨੇ ਕਮਾਲ ਕਰਕੇ ਰੱਖ ਦਿੱਤੀ ਹੈ। ਆਓ ਉਸ ਛੋਟੀ ਧੀ ਨੂੰ, ਉਸ ਬੱਚੀ ਨੂੰ ਮੈਂ ਤੁਹਾਡੇ ਰੂਬਰੂ ਕਰਨ ਦਾ ਮਾਣ ਹਾਸਲ ਕਰਦਾ ਵਾਂ, ਕਿਉਂਕਿ ਬੜੀਆਂ ਸੰਗਤਾਂ ਦੇ ਫੋਨ ਕਾਲਸ ਆ ਰਹੇ ਸਨ ਵੀ ਉਸ ਬੱਚੀ ਨੂੰ ਕੈਮਰੇ ਦੇ ਰਾਹੀਂ ਸਾਡੇ ਰੂਬਰੂ ਕਰਵਾਓ, ਅਸੀਂ ਉਸ ਬੱਚੀ ਦੇ ਨਾਲ ਸਾਂਝਾ ਪਾਈਏ, ਉਸ ਬੱਚੀ ਨੇ ਕਿੱਥੋਂ ਸਾਰਾ ਕੁਝ ਸਿੱਖਿਆ। ਆਓ ਆਪਾਂ ਜਾਣਨ ਦਾ ਯਤਨ ਕਰਦੇ ਹਾਂ। ਬੇਟਾ ਪ੍ਰਨੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸ਼ੰਭੂ ਬਾਰਡਰ ਮੋਰਚੇ ਦੇ ਵਿੱਚ ਬੋਲੇ, ਬੜਾ ਲੋਕਾਂ ਨੇ ਲਾਈਕ ਕੀਤਾ ਔਰ ਜਦੋਂ ਤੁਸੀਂ ਬੋਲੇ ਬੜੀ ਤੁਹਾਡੀ ਤਰਤੀਬ ਸੀ ਜਿਹਦੇ ਵਿੱਚ ਤੁਸੀਂ ਇੱਕ ਲਹਿ ਦੇ ਵਿੱਚ ਬੋਲੇ ਹੋ। ਇਹ ਏਡੀ ਵੱਡੀ ਤੁਹਾਡੀ ਤਿਆਰੀ ਕਿਹਨੇ ਕਰਵਾਈ ਹੈ? सारा क्रेडिट मेरे पापा ਨੂੰ ਜਾਂਦਾ ਹੈ। ਉਹਨਾਂ ਨੇ ਮੈਨੂੰ ਛੋਟੀ ਉਮਰ ਦੇ ਵਿੱਚ ਹੀ ਸਾਰਾ ਇਤਿਹਾਸ ਬਾਰੇ ਜਾਣੂ ਕਰਵਾਤਾ ਸੀ ਤੇ ਉਹਨਾਂ ਨੇ ਮੈਨੂੰ ਹਰ ਇੱਕ ਇਤਿਹਾਸ ਬਾਰੇ ਦੱਸਿਆ ਕਿ ਪੰਜਾਬੀਆਂ ਨਾਲ ਕੀ ਹੋਇਆ ਤੇ ਕੀ ਹੋ ਰਿਹਾ ਹੈ। ਜੀ, ਜਿਵੇਂ ਬੇਟਾ ਤੁਸੀਂ ਦੱਸਿਆ ਵੀ ਪੰਜਾਬੀਆਂ ਬਾਰੇ ਤੁਹਾਨੂੰ ਦੱਸਿਆ ਤੇ ਤੁਹਾਨੂੰ ਸਮਝ ਪੈ ਗਈ, ਉਸ ਤੋਂ ਬਾਅਦ ਤੁਸੀਂ ਸ਼ੰਭੂ ਬਾਰਡਰ ਮੋਰਚੇ ਦੇ ਵਿੱਚ ਬੋਲੇ ਹੋ, ਹੈ ਨਾ, ਤੇ ਕਾਫੀ ਲੋਕਾਂ ਨੇ ਤੁਹਾਨੂੰ ਲਾਈਕ ਕੀਤਾ। ਇਸ ਤੋਂ ਬਾਅਦ ਤੁਹਾਨੂੰ ਇਸ ਇੰਨਾ ਜ਼ਿਆਦਾ ਸੰਗਤਾਂ ਵੱਲੋਂ ਉਤਸ਼ਾਹ ਮਿਲਣ ਤੋਂ ਬਾਅਦ ਕੀ ਮਹਿਸੂਸ ਕਰ ਰਹੇ ਹੋ? ਮੈਨੂੰ ਇੰਜ ਲੱਗ ਰਿਹਾ ਹੈ ਕਿ ਮੇਰੀ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਇਹ ਤੁਹਾਡੇ ਸਭ ਦੇ ਪਿਆਰ ਕਰਕੇ ਹੀ ਹੋਈ ਹੈ ਤੇ ਮੈਂ ਬਸ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਇਕੱਠੇ ਹੋ ਜਾਓ, ਕਿਉਂਕਿ ਇਹ ਜੋ ਲੜਾਈ ਹੈ ਇਹ ਸਿਰਫ ਕਿਸਾਨਾਂ ਤੱਕ ਸੀਮਿਤ ਰਹਿ ਗਈ ਹੈ, ਉਹ ਸਾਡੀ ਹੋਂਦ ਦੀ ਲੜਾਈ ਬਣ ਚੁੱਕੀ ਹੈ। ਇਹ ਜ਼ਮੀਨ ਸਾਡੀ ਮਾਂ ਹੈ ਤੇ ਜੇ ਗੱਲ ਸਾਡੀ ਮਾਂ ਤੇ ਆਵੇ ਤਾਂ ਅਸੀਂ ਚੁੱਪ ਨਹੀਂ ਬੈਠ ਸਕਦੇ। ਔਰ ਜੋ ਤੁਸੀਂ ਮੋਰਚੇ ਦੇ ਵਿੱਚ ਬੋਲਿਆ, ਸ਼ਹੀਦਾਂ ਬਾਰੇ ਬੋਲਿਆ ਵੀ ਅੱਜ ਸਾਡੇ ਜਿਹੜੇ ਵਾਰਸ ਨੇ ਕਿਹੜੇ ਪਾਸੇ ਤੁਰ ਗਏ, ਮੈਂ ਚਾਹਾਂਗਾ ਉਹ ਚੀਜ਼ਾਂ ਸਾਡੇ ਦਰਸ਼ਕਾਂ ਦੇ ਨਾਲ ਦੁਬਾਰਾ ਇੱਕ ਵਾਰੀ ਦੁਹਰਾ ਦਿਓ। ਮੈਂ ਪਹਿਲਾਂ ਸੁਣੇ ਨੇ ਵਿਚਾਰ ਇੱਥੇ ਹੀ ਸ਼ੰਭੂ ਮੋਰਚੇ ਤੇ ਕਿ ਦੱਸਿਆ ਜਾਂਦਾ ਹੈ ਬੱਚਿਆਂ ਨੂੰ ਨਲੂਏ ਬਾਰੇ ਨਹੀਂ ਪਤਾ, ਪਰ ਮੈਂ ਗੱਲ ਕਰਨਾ ਚਾਹੁੰਦੀ ਹਾਂ ਕਿ ਨਲੂਏ ਬਾਰੇ ਦੱਸੇਗਾ ਕੌਣ? ਸਾਡੇ ਸਕੂਲਾਂ ਵਿੱਚੋਂ ਸਾਡੀਆਂ ਕਿਤਾਬਾਂ 'ਚੋਂ ਸਾਡਾ ਇਤਿਹਾਸ ਗਾਇਬ ਕਰ ਦਿੱਤਾ ਗਿਆ ਹੈ, ਇਸ ਮੋਟਿਵ ਤੇ ਕਿਉਂਕਿ ਸਾਡਾ ਇਤਿਹਾਸ ਸਾਨੂੰ ਜਾਣੂ ਕਰਵਾਉਂਦਾ ਹੈ ਕਿ ਪੰਜਾਬ ਨਾਲ ਕੀ ਹੋਇਆ। ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦੀ ਪੀੜ੍ਹੀ ਅੱਗੇ ਇਸ ਇਤਿਹਾਸ ਨੂੰ ਜਾਣੂ ਰੱਖੇ ਤੇ ਉਸਦੇ ਨਾਲ ਬੋਲੇ ਕਿ ਕੀ ਹੋਇਆ। ਜੀ, ਇੰਝ ਕਹਿ ਲਈਏ ਵੀ ਸਰਕਾਰ ਨਹੀਂ ਚਾਹੁੰਦੀ ਤੇ ਤੁਹਾਡੇ ਮਨ ਦੇ ਵਿੱਚ ਖਿਆਲ ਆਇਆ ਵੀ ਕਿਉਂ ਨਾ ਇਹ ਚੀਜ਼ ਲੋਕਾਂ ਨੂੰ ਦੱਸੀ ਜਾਵੇ, ਲੋਕਾਂ ਦੇ ਅੱਗੇ ਪਰੋਸ ਕੇ ਰੱਖੀ ਜਾਵੇ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਵੀ ਅਸੀਂ ਨਲੂਏ ਦੇ ਵਾਰਸ ਹਾਂ, ਅਸੀਂ ਅਨੇਕਾਂ ਐਸੇ ਯੋਧਿਆਂ ਦੇ ਵਾਰਸ ਹਾਂ, ਬਾਬਾ ਦੀਪ ਸਿੰਘ ਦੇ ਵਾਰਸ ਹਾਂ ਤੇ ਅਸੀਂ ਵੀ ਸੰਘਰਸ਼ਾਂ ਦੇ ਵਿੱਚ ਅੱਗੇ ਹੋ ਸਕੀਏ। ਇਸ ਸੰਘਰਸ਼ ਦੇ ਵਿੱਚ ਬੇਟਾ ਜੀ ਆ ਕੇ ਜਿੰਨਾ ਤੁਹਾਨੂੰ ਪਿਆਰ ਮਿਲਿਆ, ਇਸ ਤੋਂ ਬਾਅਦ ਤੁਹਾਡੀ ਲਾਈਫ ਦੇ ਵਿੱਚ ਕੋਈ ਚੇਂਜ ਵੀ ਆਈ ਹੈ ਵੀ ਮੈਂ ਆਪਣੀ ਲਾਈਫ ਦੇ ਵਿੱਚ ਇੱਕ ਸਕਾਲਰ ਬਣਾਂਗੀ ਜਾਂ ਮੈਂ ਆਪਣੀ ਲਾਈਫ ਦੇ ਵਿੱਚ ਇੱਕ ਹਿਸਟੋਰੀਅਨ ਬਣਾਂਗੀ? ਕਈ ਵਾਰੀ ਹੁੰਦਾ ਹੈ ਵੀ ਜ਼ਿੰਦਗੀ ਦੇ ਵਿੱਚ ਕੁਝ ਐਸਾ ਘਟ ਜਾਂਦਾ ਹੈ
ਜਿਹਦੇ ਤੋਂ ਲਾਈਫ ਦਾ ਇੱਕ ਟਰੈਕ ਬਦਲ ਜਾਂਦਾ ਹੈ? ਮੇਰਾ ਮੇਨ ਮੋਟਿਵ ਤਾਂ ਇਹੀ ਹੈ ਕਿ ਮੈਂ ਇੱਕ ਐਕਟਰ ਤੇ ਚੰਗੀ ਐਂਕਰ ਬਣਾ। ਮੇਰੀ ਸਾਰੀ ਤਿਆਰੀ ਇਸੇ ਚੀਜ਼ ਦੇ ਵੱਲ ਹੈ ਤੇ ਮੈਂ ਹਰ ਇੱਕ ਚੰਗੀ ਪੋਇਟਰੀ ਪਾਉਂਦੀ ਹਾਂ ਆਪਣੇ ਪੇਜ ਦੇ ਉੱਤੇ। ਇੰਸਟਾਗ੍ਰਾਮ ਤੇ ਮੇਰਾ ਪੇਜ ਹੈ ਤੇ ਉਹਦੇ ਵਿੱਚ ਮੈਂ ਹਰ ਇੱਕ ਪੰਜਾਬ ਦੇ ਦਰਦ ਬਾਰੇ ਗੱਲ ਕਰਦੀ ਹਾਂ ਤੇ ਇਸੇ ਤਰ੍ਹਾਂ ਮੈਂ ਅੱਗੇ ਵਧਦੀ ਰਵਾਂਗੀ ਤੇ ਮੇਰਾ ਮੇਨ ਮੋਟਿਵ ਇਹੀ ਹੈ। ਤੁਸੀਂ ਕਿੰਨੇ ਕੁ ਲੰਮੇ ਸਮੇਂ ਤੋਂ ਇਸ ਤਰ੍ਹਾਂ ਲੱਗੇ ਹੋਏ, ਜਿਵੇਂ ਤੁਸੀਂ ਦੱਸਿਆ ਵੀ ਪੇਜ ਦੇ ਰਾਹੀਂ, ਇੰਸਟਾਗ੍ਰਾਮ ਦੇ ਰਾਹੀਂ ਜਾਂ ਹੋਰਾਂ ਤਰੀਕਿਆਂ ਦੇ ਰਾਹੀਂ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੇ ਲੋਕਾਂ ਤੱਕ ਪੜਾ ਰਹੇ ਹੋ? ਮੈਂ 9-10 ਸਾਲ ਦੀ ਉਮਰ ਤੋਂ ਇਹ ਸਭ ਕੁਝ ਕਰ ਰਹੀ ਹਾਂ। ਮੇਰੇ ਪਾਪਾ ਨੇ ਮੇਰਾ ਬੜਾ ਯੋਗਦਾਨ ਦਿੱਤਾ ਹੈ ਇਹਨਾਂ ਸਭ ਚੀਜ਼ਾਂ ਦੇ ਵਿੱਚ। ਇਹ 'ਚ ਮੰਮਾ ਨੇ ਨਹੀਂ ਯੋਗਦਾਨ ਕੀਤਾ? ਮੰਮਾ ਨੇ ਵੀ ਦਿੱਤਾ ਹੀ ਹੈ। ਮੇਰੇ ਪੇਰੈਂਟਸ ਨੇ ਮੇਰੀ ਬਹੁਤ ਸਪੋਰਟ ਕੀਤੀ ਹੈ ਜੀ। ਇਸੇ ਤਰ੍ਹਾਂ ਜੀ। ਤੁਸੀਂ ਕਿੰਨੇ ਪੁੱਤ ਭੈਣ ਭਰਾ ਹੋ? ਮੇਰਾ ਇੱਕ ਸਗਾ ਭਰਾ ਹੈ। ਬਸ ਅਸੀਂ ਦੋਵੇਂ ਭੈਣ ਭਰਾ ਹੀ ਹਾਂ ਜੀ। ਜਿਹੜਾ ਬ੍ਰਦਰ ਹੈ ਛੋਟਾ ਹੈ ਕਿ ਵੱਡਾ ਹੈ? ਮੇਰੇ ਤੋਂ 3 ਸਾਲ ਛੋਟਾ ਹੈ ਜੀ। ਤੇ ਫਿਰ ਜਿਵੇਂ ਹੁਣ ਤੁਹਾਡੇ ਪਾਪਾ ਨੇ ਤੁਹਾਨੂੰ ਸਿਖਾਇਆ, ਹੁਣ ਤੁਹਾਨੂੰ ਲੱਗਦਾ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਤੁਸੀਂ ਅੱਗੇ ਉਹਨੂੰ ਵੀ ਸਿਖਾ ਰਹੇ ਹੋ? ਉਹਨੂੰ ਨਾਲ ਦੇ ਨਾਲ ਸਿਖਾਇਆ ਜਾਂਦਾ ਹੈ। ਜਿਵੇਂ ਪਾਪਾ ਮੈਨੂੰ ਦੱਸਦੇ ਨੇ ਤਾਂ ਉਹ ਵੀ ਨਾਲ ਦੇ ਨਾਲ ਇੰਟਰਸਟ ਲੈਂਦਾ ਹੈ ਕਿ ਮੈਂ ਵੀ ਸਿੱਖਾਂ। ਇਸੇ ਤਰ੍ਹਾਂ ਮੈਂ ਵੀ, ਜੇ ਉਸਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਹੁੰਦਾ, ਮੈਂ ਵੀ ਦੱਸ ਦਿੰਦੀ ਹਾਂ ਤੇ ਮੇਰੇ ਪਾਪਾ ਵੀ ਦੱਸ ਦਿੰਦੇ ਨੇ। ਦਰਸ਼ਕੋ, ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਦੀ ਸਾਂਝ ਲੱਗਾ ਮੈਂ ਪਾਉਣ। ਜਦੋਂ ਮੈਂ ਬੇਟੀ ਨਾਲ ਗੱਲ ਕਰਦਾ ਮੈਂ ਤੇ ਮੈਨੂੰ ਕਈ ਵਾਰੀ ਐਸਾ ਲੱਗਦਾ ਹੈ ਵੀ ਜਿਨ੍ਹਾਂ ਘਰਾਂ ਦੇ ਵਿੱਚ ਸਮਝਿਆ ਜਾਂਦਾ ਵੀ ਧੀਆਂ ਬੋਝ ਨੇ, ਧੀਆਂ ਪੱਥਰ ਨੇ, ਬਹੁਤ ਵੱਡੀ ਸਾਡੇ ਸਿਰ ਤੇ ਜ਼ਿੰਮੇਵਾਰੀ ਹੈ। ਮੈਂ ਕਈ ਵਾਰੀ ਕਹਿਣਾ ਹੁੰਦਾ ਨਹੀਂ, ਇਹ ਭੁਲੇਖਾ ਮਨ ਦੇ ਵਿੱਚੋਂ ਕੱਢ ਦਿਓ, ਆਪਾਂ ਬਹੁਤ ਅਗਾਂਹ ਵਧੂ ਯੁੱਗ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ। ਔਰ ਦੂਜੀ ਮੈਂ ਗੱਲ ਇਹ ਕਹਿਣੀ ਚਾਹੁੰਦਾ ਮੈਂ, ਕਈ ਵਾਰੀ ਐਸਾ ਹੁੰਦਾ ਹੈ ਜਿਸ ਘਰ ਦੇ ਵਿੱਚ ਧੀ ਵੱਡੀ ਹੋਵੇ, ਮੈਨੂੰ ਕਈ ਵਾਰੀ ਐਸਾ ਮਹਿਸੂਸ ਹੁੰਦਾ ਵੀ ਜਿਹੜਾ ਤੁਹਾਡੇ ਘਰ ਦੇ ਵਿੱਚ ਭਾਵੇਂ 1 ਸਾਲ ਛੋਟਾ ਬੱਚਾ ਹੋਵੇ, ਭਾਵੇਂ 2 ਸਾਲ ਹੋਵੇ, 3 ਸਾਲ, 4 ਸਾਲ, 5 ਸਾਲ, ਕਿੰਨਾ ਵੀ ਛੋਟਾ ਹੋਵੇ, ਉਹ ਅਸਲ ਦੇ ਵਿੱਚ ਉਹਦੀ ਟੀਚਰ ਹੋਇਆ ਕਰਦੀ, ਉਹਨੂੰ ਸਮਝਾਉਂਦੀ ਹੈ ਵੀ ਨਾ ਇੰਜ ਨਹੀਂ, ਇੰਜ ਖਾਣਾ ਹੈ, ਇੰਜ ਕੱਪੜਿਆਂ ਦੇ ਉੱਪਰ ਨਹੀਂ ਡੁੱਲਣਾ, ਆ ਨਹੀਂ ਇੰਜ ਬੋਲਣਾ, ਆ ਨਹੀਂ ਇਸ ਪ੍ਰਕਾਰ ਤੂੰ ਤਿਆਰੀ ਕਰ, ਮੈਂ ਤੇਰੇ ਨਾਲ ਆ, ਮੈਂ ਤੈਨੂੰ ਪੜ੍ਹਾਉਣੀ ਆ। ਮੈਨੂੰ ਕਈ ਵਾਰੀ ਐਸਾ ਲੱਗਦਾ ਵੀ ਉਹ ਜੋ ਬੱਚੀ ਤਿਆਰੀ ਕਰਵਾਉਂਦੀ ਹੈ ਬਾ ਕਮਾਲ ਹੁੰਦੀ ਹੈ। ਤੁਹਾਨੂੰ ਕਈ ਵਾਰੀ ਐਸਾ ਲੱਗਦਾ ਵੀ ਛੋਟੇ ਵੀਰੇ ਦੇ ਤੁਸੀਂ ਟੀਚਰ ਵੀ ਹੋ? ਹਾਂਜੀ, ਕਈ ਵਾਰ ਮੈਨੂੰ ਲੱਗਦਾ ਉਹ ਮੇਰੇ ਤੋਂ ਚੀਜ਼ਾਂ ਸਿੱਖਦਾ ਹੈ। ਉਹ ਮੇਰੇ ਹੀ ਜਿਵੇਂ ਮੈਂ ਕਰਦੀ ਹਾਂ ਉਸੇ ਤਰ੍ਹਾਂ ਚੀਜ਼ਾਂ ਕਰਨ ਦਾ ਕੋਸ਼ਿਸ਼ ਕਰਦਾ ਹੈ। ਉਹ ਵੀ ਬੋਲ ਲੈਂਦਾ ਆ ਤੁਹਾਡੇ ਵਾਂਗੂ, ਜਿਵੇਂ ਤੁਹਾਡੀ ਜ਼ੁਬਾਨ ਤੇ ਰਵਾਨਗੀ ਆਈ ਹੈ, ਕੁਦਰਤੀ ਆਈ ਹੈ? ਵੈਸੇ ਕੁਝ ਚੀਜ਼ਾਂ ਬਲੱਡ ਜੀਨਸ ਵੀ ਹੁੰਦੀਆਂ ਨੇ, ਖੂਨ ਦੇ ਰਾਹੀਂ ਵੀ, ਸੰਸਕਾਰਾਂ ਦੇ ਰਾਹੀਂ ਵੀ ਅੱਗੇ ਜਾਂਦੀਆਂ ਨੇ। ਤੇ ਪੁੱਤਰ ਜੀ, ਕੁਝ ਚੀਜ਼ਾਂ ਐਸੀਆਂ ਹੁੰਦੀਆਂ ਸਾਡਾ ਦਿਮਾਗ ਹੀ ਇੰਨਾ ਜ਼ਿਆਦਾ ਤੇਜ਼ ਹੁੰਦਾ, ਅਸੀਂ ਕੈਚ ਕਰਦੇ ਹਾਂ, ਤੇ ਉਹ ਵੀ ਕੈਚ ਕਰਨ ਦਾ ਯਤਨ ਕਰਦਾ ਤੁਹਾਡੇ ਕੋਲੋਂ, ਪਾਪਾ ਕੋਲੋਂ? ਉਹ ਇਹ ਚੀਜ਼ਾਂ ਦੀ ਕੋਸ਼ਿਸ਼ ਤਾਂ ਕਰਦਾ ਹੈ ਪਰ ਉਹ ਹਲੇ ਇੰਨਾ ਇਸ ਚੀਜ਼ ਦੇ ਲਈ ਤਿਆਰ ਨਹੀਂ ਹੋਇਆ। ਉਹ ਸਿਰਫ ਐਕਟਿੰਗ ਦੇ ਵਿੱਚ ਜ਼ਿਆਦਾ ਆਪਣਾ ਇੰਟਰਸਟ ਦਿੰਦਾ ਹੈ। ਜੀ। ਤੁਹਾਨੂੰ ਕਈ ਵਾਰੀ ਫਿਰ ਲੱਗਦਾ ਹੁੰਦਾ ਵੀ ਜਿਹੜੇ ਮੁੰਡੇ ਨੇ ਜ਼ਿਆਦਾ ਸ਼ਰਾਰਤੀ ਨੇ, ਇਹ ਗੱਲਾਂ ਦੇ ਉੱਪਰ ਬਹੁਤਾ ਧਿਆਨ ਨਹੀਂ ਦਿੰਦੇ, ਜਿਹੜੀਆਂ ਧੀਆਂ ਨੇ, ਬੇਟੀਆਂ ਨੇ, ਉਹ ਜ਼ਿਆਦਾ ਧਿਆਨ ਲੱਗ ਪੈਂਦੀਆਂ ਨੇ ਦੇਣ? ਹੈਗਾ ਤਾਂ ਉਹ ਵੀ ਇੰਨਾ ਹੀ ਸ਼ਰਾਰਤੀ ਹੈ ਤੇ ਉਹ ਇਹਨਾਂ ਚੀਜ਼ਾਂ ਲਈ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦਾ, ਪਰ ਉਹ ਸਪੋਰਟ ਕਰਦਾ ਹੈ। ਜੀ। ਆਪਣੀ ਲਾਈਫ ਦੇ ਵਿੱਚ ਤੁਸੀਂ ਇਹ ਗੱਲ ਕਹੀ ਹੈ ਵੀ ਮੈਂ ਇੱਕ ਵਧੀਆ ਐਂਕਰ ਬਣਨਾ ਚਾਹੁੰਦੀ ਹਾਂ। ਅਸੀਂ ਅਕਾਲ ਚੈਨਲ ਵੱਲੋਂ ਬੜਾ ਵੱਡਾ ਇੱਕ ਨਿਯੋਤਾ ਮੈਂ ਲੱਗਾ ਮੈਂ ਦੇਣ, ਸਮੁੱਚੀ ਮੈਨੇਜਮੈਂਟ ਵੱਲੋਂ, ਵੀ ਜੇ ਇਸ ਤਰ੍ਹਾਂ ਦੀਆਂ ਬੱਚੀਆਂ ਇੰਨੀ ਸਟੱਡੀ ਕਰਕੇ ਇੰਨਾ ਗਿਆਨ ਲੈ ਕੇ ਅੱਗੇ ਆਉਂਦੀਆਂ ਨੇ ਤੇ ਇਹੋ ਜਿਹੇ ਐਂਕਰਸ ਦੇ ਲਈ, ਇਹੋ ਜਿਹੇ ਸਿਆਣੇ ਬੋਲਣ ਵਾਲੇ ਬੁਲਾਰਿਆਂ ਦੇ ਲਈ ਅਕਾਲ ਚੈਨਲ ਦੇ ਦਰਵਾਜ਼ੇ ਸਦਾ ਲਈ ਖੁੱਲ੍ਹੇ ਨੇ। ਜਦੋਂ ਮਰਜ਼ੀ ਇਹ ਆਉਣ ਤੇ ਅਕਾਲ ਚੈਨਲ ਦੇ ਵਿਹੜੇ ਦੇ ਵਿੱਚ ਆ ਕੇ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰ ਸਕਦੇ ਨੇ। ਤੇ ਜਦੋਂ ਇਹ ਬੇਟੀ 18 ਸਾਲਾਂ ਤੋਂ ਉੱਪਰ ਹੁੰਦੀ ਹੈ ਤੇ ਹੋ ਸਕਦਾ ਵੀ ਜਿਹੜਾ ਅੱਜ ਮਾਈਕ ਮੇਰੇ ਹੱਥ ਵਿੱਚ ਅਕਾਲ ਚੈਨਲ ਦੇ ਲੋਗੋ ਵਾਲਾ ਹੈ, ਕੱਲ ਨੂੰ ਹੋ ਸਕਦਾ ਵੀ ਉਹ ਮਾਈਕ ਜਿਹੜਾ ਇਸ ਧੀ ਦੇ ਹੱਥਾਂ ਦੇ ਵਿੱਚ ਵੀ ਹੋਵੇ। ਬੇਟਾ, ਤੁਹਾਨੂੰ ਲੱਗਦਾ ਵੀ ਇਹ ਜਿਹੜਾ ਮਾਈਕ ਅੱਜ ਮੇਰੇ ਹੱਥ ਵਿੱਚ ਹੈ, ਹੋ ਸਕਦਾ ਵੀ 18 ਸਾਲ ਦੀ ਏਜ ਵਿੱਚ ਤੁਹਾਡੇ ਹੱਥ ਵਿੱਚ ਵੀ ਆ ਜਾਏਗਾ? ਜੇ ਮੈਂ ਇਸੇ ਤਰ੍ਹਾਂ ਮਿਹਨਤ ਕਰਦੀ ਰਹਾਂ ਤਾਂ ਜ਼ਰੂਰ ਹੋ ਸਕਦਾ ਜੀ। ਤੇ ਫਿਰ ਮੈਂ ਇਹ ਮਾਈਕ ਦੀ ਥਾਂ ਤੇ ਕੀ ਫੜਾਂਗਾ? ਤੁਸੀਂ ਕੈਮਰਾ ਫੜ ਲਿਓ। ਬੜੀਆਂ ਸੁੰਦਰ ਬੱਚੀ ਗੱਲਾਂ ਕਰ ਰਹੀ ਹੈ, ਔਰ ਕਿਤੇ ਨਾ ਕਿਤੇ ਇਹ ਸਾਡੀਆਂ ਧੀਆਂ ਨੇ, ਜੇ ਇਹਨਾਂ ਨੂੰ ਅਸੀਂ ਪ੍ਰਮੋਟ ਕਰਾਂਗੇ, ਪਿਆਰ ਕਰਾਂਗੇ, ਇਹਨਾਂ ਨੂੰ ਉਤਸ਼ਾਹ ਦੇਵਾਂਗੇ ਤੇ ਬਹੁਤ ਅੱਛਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਮਾਜ ਮਿਲੇਗਾ। ਜੇ ਅਸੀਂ ਗੱਲ ਕਰੀਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੀ, ਮੇਰੇ ਸਤਿਗੁਰੂ ਬਾਣੀ ਦੇ ਵਿੱਚ ਕਹਿੰਦੇ ਨੇ, ਸੋ ਕਿਉ ਮੰਦਾ ਆਖੀਆ ਜਿਤ ਜੰਮਹਿ ਰਾਜਾਨ, ਵੀ ਕਦੀ ਵੀ ਉਸ ਨੂੰ ਮਾੜਾ ਨਾ ਕਹੋ ਜਿਹਨੇ ਆਪਣੀ ਕੁੱਖ ਦੇ ਵਿੱਚੋਂ ਅਨੇਕਾਂ ਸੂਰਮਿਆਂ ਨੂੰ, ਯੋਧਿਆਂ ਨੂੰ, ਮਹਾਂਪੁਰਸ਼ਾਂ ਨੂੰ, ਰਾਜੇ ਮਹਾਰਾਜਿਆਂ ਨੂੰ, ਅਨੇਕਾਂ ਨੂੰ ਜਨਮ ਦਿੱਤਾ ਹੈ। ਪਰ ਜੇ ਮੈਂ ਗੱਲ ਕਰਾਂ ਅਜੋਕੇ ਸਮੇਂ ਦੇ ਅੰਦਰ, ਧੀ ਨੇ ਪਿਛਲੇ ਦਿਨਾਂ ਵਿੱਚ ਕਿਹਾ ਸੀ ਵੀ ਅਸੀਂ ਕਹਿੰਦੇ ਹਾਂ, ਅਸੀਂ ਪੜ੍ਹਦੇ ਹਾਂ, ਪਰ ਗਜ਼ਬ ਦੀ ਗੱਲ ਕੀ ਹੈ ਵੀ ਜਦੋਂ ਕਿਸੇ ਨੂੰ ਗਾਲ ਕੱਢਦੇ ਹੋ, ਜਾਂ ਧੀ ਨਾਲ ਜੁੜੀ ਹੁੰਦੀ ਹੈ, ਜਾਂ ਮਾਂ ਨਾਲ ਜੁੜੀ ਹੁੰਦੀ, ਜਾਂ ਭੈਣ ਨਾਲ ਜੁੜੀ ਹੁੰਦੀ ਹੈ, ਤੇ ਉਸ ਮੈਸੇਜ ਨੂੰ ਜਦੋਂ ਲੋਕਾਂ ਤੱਕ ਪਹੁੰਚਾਇਆ ਗਿਆ ਅਕਾਲ ਚੈਨਲ ਦੇ ਕੈਮਰੇ ਦੇ ਰਾਖੀ, ਅਕਾਲ ਚੈਨਲ ਦੇ ਕੈਮਰੇ ਦੀ ਅੱਖ ਦੇ ਰਾਖੀ, ਜਦੋਂ ਮਾਹੌਲ ਪੂਰੇ ਵਰਲਡ ਦੇ ਵਿੱਚ ਗਿਆ ਤੇ ਬੜੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਵੀ ਲੜਕੀ ਨੇ ਗੱਲ ਬੜੀ ਡੂੰਘੀ ਕਹੀ ਹੈ। ਬੇਟਾ, ਤੁਹਾਨੂੰ ਕਈ ਵਾਰੀ ਲੱਗਦਾ ਵੀ ਲੜਦੇ ਦੋ ਬੰਦੇ ਹੁੰਦੇ ਨੇ, ਪਰ ਜਦੋਂ ਗਾਲ ਕੱਢਦੇ ਨੇ ਉਹਦੇ ਵਿੱਚ ਜ਼ਿਕਰ ਧੀਆਂ, ਭੈਣਾਂ ਤੇ ਮਾਵਾਂ ਦਾ ਹੁੰਦਾ ਹੈ। ਇੱਦਾਂ ਹਰ ਇੱਕ ਗਾਲ ਇੱਕ ਔਰਤ ਨਾਲ ਹੀ ਜੁੜੀ ਹੁੰਦੀ ਹੈ ਤੇ ਮਤਲਬ ਜੇ ਲੋਕਾਂ ਨੂੰ ਲੜਨਾ ਹੈ ਤਾਂ ਲੜ ਲਓ, ਲੇਕਿਨ ਗਾਲਾਂ ਕੱਢਣਾ ਬਹੁਤ ਮਾੜੀ ਗੱਲ ਹੈ।
ਜੀ। ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ। ਜਿਹੜੇ ਲੈਕਚਰ ਤੁਸੀਂ ਸ਼ੰਭੂ ਬਾਰਡਰ ਦੇ ਉੱਪਰ ਦਿੱਤੇ ਆਪਣੇ ਸਕੂਲ ਦੇ ਵਿੱਚ ਵੀ ਕਦੀ ਦਿੱਤੇ ਨੇ? ਸਕੂਲ ਦੇ ਵਿੱਚ ਮੈਂ ਦਿੱਤੇ ਨੇ ਇੱਦਾਂ ਦੇ ਹੀ ਲੈਕਚਰਸ। ਮੇਰੀ ਇੱਕ ਪੰਜਾਬੀ ਟੀਚਰ ਨੇ, ਉਹ ਵੀ ਇੱਦਾਂ ਹੀ ਇਤਿਹਾਸ ਦੇ ਲਈ ਬਹੁਤ ਸਪੋਰਟ ਕਰਦੇ ਨੇ ਇਤਿਹਾਸ ਨੂੰ। ਉਹਨਾਂ ਨੇ ਕਹਿ ਕੇ ਇਸ ਵਾਰ CBSE ਦਾ ਸਾਡਾ ਚੈਪਟਰ ਜਿਹੜਾ ਹੈਗਾ ਉਹਦੇ ਵਿੱਚ ਕਰਤਾਰ ਸਿੰਘ ਸਰਾਭੇ ਦਾ ਇੱਕ ਪੂਰਾ ਜੀਵਨੀ ਉਹਨਾਂ ਨੇ ਕਰਵਾਈ ਹੈ। ਮੈਂ ਉਹਨਾਂ ਨੂੰ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਇੱਦਾਂ ਕੀਤਾ। ਤੇ ਸਕੂਲ ਵਾਲੇ ਤੁਹਾਨੂੰ ਪੂਰਾ ਐਪਰੀਸ਼ੀਏਟ ਕਰਦੇ ਨੇ? ਸਕੂਲ ਵਾਲੇ ਪੂਰਾ ਐਪਰੀਸ਼ੀਏਟ ਕਰ ਰਹੇ ਨੇ, ਸਾਰੇ ਮੇਰੀ ਸਪੋਰਟ ਕਰਦੇ ਨੇ ਤੇ ਐਸੇ ਤਰ੍ਹਾਂ ਸਪੋਰਟ ਕਰਦੇ ਨੇ ਇਹਨੂੰ। ਤੇ ਕਦੀ ਸਕੂਲ ਵੱਲੋਂ ਇਹ ਵੀ ਸੁਨੇਹਾ ਆਇਆ ਵੀ ਪੁੱਤਰ ਜੀ ਤੁਸੀਂ ਬੜੇ ਲਾਇਕ ਹੋ, ਬੜੇ ਸਿਆਣੇ ਹੋ, ਬੜੇ ਗੁਣਵਾਨ ਹੋ, ਅਸੀਂ ਇਹੋ ਜਿਹੇ ਬੱਚੇ ਸਾਨੂੰ ਚਾਹੀਦੇ ਨੇ, ਅਸੀਂ ਤੁਹਾਡੀ ਫੀਸ ਜਿਹੜੀ ਉਹ ਛੱਡ ਦੇਂਗੇ, ਅੱਜ ਤੋਂ ਬਾਅਦ ਤੁਹਾਡੇ ਕੋਲ ਫੀਸ ਨਹੀਂ ਲਵਾਂਗੇ? ਨਹੀਂ, ਇੱਦਾਂ ਦਾ ਕੋਈ ਮੈਸੇਜ ਨਹੀਂ ਆਇਆ। ਇਸ ਤਰ੍ਹਾਂ ਦਾ ਕੋਈ ਮੈਸੇਜ ਨਹੀਂ ਆਇਆ। ਠੀਕ ਹੈ ਦਰਸ਼ਕੋ, ਇੱਥੇ ਮੈਂ ਤੁਹਾਡੇ ਨਾਲ ਹੋਰ ਵੀ ਗੱਲਾਂ ਦੀ ਸਾਂਝ ਕਰਾਂਗਾ। ਜਦੋਂ ਗੱਲ ਧੀਆਂ ਦੀ ਚੱਲਦੀ ਹੈ, ਜਦੋਂ ਗੱਲ ਬੱਚੀਆਂ ਦੀ ਚੱਲਦੀ ਹੈ, ਤੇ ਪਿਛਲੇ ਕੁਝ ਸਮੇਂ ਦੇ ਵਿੱਚ ਵੀ ਅਸੀਂ ਦੇਖਦੇ ਆਏ ਸਾਂ ਕਦੀ ਧੀਆਂ ਨੂੰ ਜੰਮਣ ਤੋਂ ਬਾਅਦ ਖਤਮ ਕੀਤਾ ਜਾਂਦਾ ਹੁੰਦਾ ਸੀ। ਵਕਤ ਇੱਕ ਐਸਾ ਆ ਗਿਆ ਜਦੋਂ ਜੰਮਣ ਤੋਂ ਬਾਅਦ ਪਹਿਲਾਂ ਖਤਮ ਕੀਤਾ ਜਾਂਦਾ ਹੁੰਦਾ ਸੀ, ਫਿਰ ਜੰਮਣ ਤੋਂ ਪਹਿਲਾਂ ਇੰਜ ਕਹਿ ਲਈਏ ਵੀ ਮਾਂ ਦੀ ਕੁੱਖ ਨੂੰ ਕਬਰ ਬਣਾ ਕੇ ਪੇਸ਼ ਕਰ ਦਿੱਤਾ। ਤੇ ਇਸ ਤਰੀਕੇ ਨਾਲ ਬੜਾ ਕੁਝ ਹੋਇਆ। ਸਮਾਂ ਪਾ ਕੇ ਲੋਕਾਂ ਦੇ ਵਿੱਚ ਜਾਗਰਤੀ ਆਈ ਤੇ ਜਾਗਰਤੀ ਆਉਣ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਕਾਫੀ ਘਟੀਆਂ। ਪਰ ਇੱਥੇ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਦੀ ਸਾਂਝ ਪਾਵਾਂਗਾ। ਪਿਛਲੇ ਦਿਨਾਂ ਵਿੱਚ ਇੱਕ ਵੀਰ ਨੇ ਕਿਹਾ, ਕਹਿੰਦਾ ਭਾਈ ਸਾਹਿਬ, ਮੈਂ ਕਿਹਾ ਹਾਂਜੀ, ਕਹਿੰਦਾ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਹੀ ਨਹੀਂ ਲੱਗਣਾ ਵੀ ਮਾਸੀ ਕਿਸ ਨੂੰ ਕਹਿੰਦੇ ਨੇ। ਮੈਂ ਕਿਹਾ ਜੀ ਇਹ ਗੱਲ ਤੁਹਾਡੇ ਮਨ ਦੇ ਵਿੱਚ ਕਿਉਂ ਆਈ? ਕਹਿੰਦਾ ਜੇ ਦੋ ਧੀਆਂ ਇੱਕ ਘਰ ਦੇ ਵਿੱਚ ਜੰਮਣਗੀਆਂ ਤੇ ਤਾਂ ਮਾਸੀ ਬਣੇਗੀ ਨਾ। ਮੈਂ ਕਿਹਾ ਨਹੀਂ ਪੁੱਤਰ ਜੀ, ਤੁਹਾਡਾ ਬਹੁਤ ਵੱਡਾ ਭੁਲੇਖਾ। ਲੋਕੀ ਮਾਸੀ ਨੂੰ ਨਹੀਂ ਤਰਸਣਗੇ, ਲੋਕੀ ਭੂਆ ਨੂੰ ਵੀ ਤਰਸਣਗੇ, ਕਿਉਂਕਿ ਜੇ ਇੱਕ ਘਰ ਦੇ ਵਿੱਚ ਦੋ ਧੀਆਂ ਜੰਮਦੀਆਂ ਨੇ ਤਾਂ ਉਹ ਮਾਸੀ ਬਣੇਗੀ। ਤੇ ਚੇਤੇ ਰੱਖਿਆ ਜੇ ਇੱਥੇ ਤੇ ਇੱਕ ਨਹੀਂ ਜੰਮਣ ਦਿੰਦੇ ਲੋਕ, ਅਸਲ ਦੇ ਅੰਦਰ ਭੂਆ ਨੂੰ ਵੀ ਤਰਸਣਗੇ। ਆਓ ਇਸ ਬੱਚੀ ਦੇ ਨਾਲ ਇਸ ਮੁੱਦੇ ਦੇ ਉੱਪਰ ਵੀ ਆਪਾਂ ਗੱਲਬਾਤ ਕਰਦੇ ਹਾਂ। ਪਰਨੀਤ, ਆਪਾਂ ਗੱਲ ਕਰ ਰਹੇ ਸੀ ਕਿ ਅਕਸਰ ਐਸਾ ਦੇਖਣ ਦੇ ਵਿੱਚ ਆਉਂਦਾ ਵੀ ਲੋਕ ਕਹਿੰਦੇ ਆ ਬਈ ਲੋਕਾਂ ਦੇ ਘਰਾਂ ਦੇ ਵਿੱਚ ਮਾਸੀ ਕਿਵੇਂ ਆਏਗੀ? ਮਾਸੀ ਤੇ ਤਦ ਬਣੇਗੀ ਨਾ ਜੇ ਘਰ ਦੇ ਵਿੱਚ ਦੋ ਧੀਆਂ ਹੋਣਗੀਆਂ। ਤੇ ਅਕਸਰ ਐਸਾ ਹੁੰਦਾ ਵੀ ਮੈਨੂੰ ਲੱਗਦਾ ਮਾਸੀ ਦੀ ਗੱਲ ਛੱਡੋ, ਲੋਕ ਭੂਆ ਨੂੰ ਵੀ ਤਰਸਣਗੇ ਬਈ ਅੱਜ ਕੱਲ੍ਹ ਤੇ ਇੱਕ ਧੀ ਨਹੀਂ ਪੈਦਾ ਹੋਣ ਦਿੰਦੇ। ਆਪਾਂ ਗੱਲਬਾਤ ਕਰ ਰਹੇ ਸਾਂ, ਸਨਲਾਈਟ ਚਲੀ ਗਈ, ਉਸ ਤੋਂ ਬਾਅਦ ਆਪਾਂ ਲਾਈਟ ਦੇ ਵਿੱਚ ਇੱਥੇ ਆ ਕੇ ਬੈਠੇ ਹਾਂ, ਗੱਲ ਕਰ ਰਹੇ ਹਾਂ। ਪਰਨੀਤ, ਤੁਹਾਨੂੰ ਕੀ ਲੱਗਦਾ ਵੀ ਜਦੋਂ ਤੁਹਾਡੇ ਵਰਗੀਆਂ ਬੱਚੀਆਂ ਸਟੇਜ ਤੋਂ ਬੋਲਦੀਆਂ ਨੇ ਤੇ ਸਾਡੇ ਘਰਾਂ ਪਰਿਵਾਰਾਂ ਦੇ ਪ੍ਰਾਊਡਲੀ ਸ਼ੇਅਰ ਕਰਦੇ ਨੇ ਇਸ ਗੱਲ ਨੂੰ ਵੀ ਬੱਚੀ ਬਹੁਤ ਸੋਹਣਾ ਬੋਲੀ ਹੈ, ਇੱਥੋਂ ਤੱਕ ਵੀ ਤੁਹਾਡੀ ਉਸ ਚੀਜ਼ ਨੂੰ ਕਈ ਪੋਲੀਟੀਕਲ ਲੀਡਰਸ ਨੇ ਵੀ ਸ਼ੇਅਰ ਕੀਤਾ ਆ, ਪਰ ਕੀ ਤੁਹਾਨੂੰ ਲੱਗਦਾ ਹੈ ਵੀ ਪ੍ਰਾਊਡਲੀ ਜਦੋਂ ਸ਼ੇਅਰ ਕਰਦੇ ਨੇ ਤੇ ਧੀਆਂ ਨੂੰ ਆਉਣ ਤੋਂ ਰੋਕਣੋਂ ਹਟ ਜਾਣਗੇ ਇਹ ਲੋਕ? ਦੇਖੋ, ਉਹਨਾਂ ਨੂੰ ਧੀਆਂ ਨੂੰ ਰੋਕਣਾ ਨਹੀਂ ਚਾਹੀਦਾ। ਜੋ ਉਹ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਕਰਨਾ ਦੇਣਾ ਚਾਹੀਦਾ ਹੈ। ਸਗੋਂ ਉਹਨਾਂ ਨੂੰ ਉਸ ਚੀਜ਼ ਦੇ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ, ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ, ਉਹਨਾਂ ਨਾਲ ਖੜਨਾ ਚਾਹੀਦਾ ਹੈ। ਇਸ ਦੇ ਨਾਲ ਉਹਨਾਂ ਦੀ ਧੀਆਂ ਦਾ ਜਿਹੜਾ ਜਜ਼ਬਾ ਹੈ ਤੇ ਜਿਹੜੀ ਦਿਲ ਦੇ ਅੰਦਰ ਹੁੰਦੀ ਹੈ ਕਿ ਮੇਰੇ ਪੇਰੈਂਟਸ ਮੇਰੇ ਨਾਲ ਹੈ, ਉਹ ਵੱਧਦਾ ਹੈ। ਜੀ, ਜਿਵੇਂ ਆਪਾਂ ਗੱਲਬਾਤ ਕਰ ਰਹੇ ਸਾਂ ਕਿ ਮੈਂ ਗੱਲ ਕਰ ਰਿਹਾ ਕਿ ਬੇਟੀਆਂ ਨੂੰ ਪੈਦਾ ਹੋਣ ਤੋਂ, ਜਿਵੇਂ ਕੁਝ ਲੋਕ ਇਸ ਨੂੰ ਚੰਗਾ ਨਹੀਂ ਸਮਝਦੇ, ਅਕਸਰ ਹੁੰਦਾ ਵੀ ਜੇ ਤੇ ਘਰ ਦੇ ਵਿੱਚ ਬੇਟਾ ਹੋ ਗਿਆ ਕਹਿ ਦਿੰਦੇ ਪ੍ਰਮਾਤਮਾ ਕਿਰਪਾ ਕਰੇ ਸਾਡੇ ਘਰ ਦੇ ਵਿੱਚ ਫੈਮਿਲੀ ਕੰਪਲੀਟ ਹੋ ਗਈ। ਕਿ ਧੀ ਬਿਨਾਂ ਫੈਮਿਲੀ ਕਿਵੇਂ ਕੰਪਲੀਟ ਹੋ ਸਕਦੀ ਹੈ? ਧੀ ਵੀ ਤੇ ਇੱਕ ਇੰਜ ਕਹਿ ਲਈਏ ਵੀ ਘਰ ਦਾ ਸ਼ਿੰਗਾਰ ਹੁੰਦੀ ਹੈ। ਇਹ ਲੋਕਾਂ ਦੇ ਮਨ ਦੇ ਵਿੱਚ ਜਿਹੜੇ ਖਿਆਲ ਨੇ, ਤੁਹਾਨੂੰ ਲੱਗਦਾ ਵੀ ਇਹ ਸਮਾਂ ਪਾ ਕੇ ਲੋਕ ਸਿਆਣੇ ਹੋ ਜਾਣਗੇ, ਇਹੋ ਜਿਹਾ ਪ੍ਰਚਾਰ ਸੁਣਨਗੇ ਜਿਹੋ ਜਿਹਾ ਤੁਸੀਂ ਕਰਦੇ ਹੋ, ਤੇ ਉਹ ਇਹ ਚੀਜ਼ਾਂ ਆਪਣੇ ਘਰਾਂ ਦੇ ਵਿੱਚੋਂ ਖਤਮ ਕਰ ਦੇਣਗੇ? ਦੇਖੋ, ਲੋਕ ਜੇ ਇਹ ਚੀਜ਼ਾਂ ਖਤਮ ਕਰ ਦੇਣ ਤਾਂ ਹੀ ਵਧੀਆ ਹੈ, ਕਿਉਂਕਿ ਜੇ ਤੁਸੀਂ ਧੀਆਂ ਨੂੰ ਜੰਮਣ ਤੋਂ ਰੋਕੋਗੇ ਤਾਂ ਸਿਰਫ ਮਾਸੀਆਂ ਤੇ ਭੂਆ ਨਹੀਂ ਰਹਿਣਗੀਆਂ, ਸਗੋਂ ਸਾਨੂੰ ਨੂੰਹਾਂ ਵੀ ਨਹੀਂ ਮਿਲਣਗੀਆਂ। ਤੇ ਜੇ ਨੂੰਹਾਂ ਨਹੀਂ ਮਿਲਣਗੀਆਂ ਤਾਂ ਅੱਗੇ ਪੀੜ੍ਹੀ ਤੋਂ ਪੀੜ੍ਹੀ ਨਹੀਂ ਹੋਵੇਗੀ। ਬੜੇ ਸੁੰਦਰ ਢੰਗ ਨਾਲ ਤੁਸੀਂ ਜਾਣਕਾਰੀਆਂ ਦੇ ਰਹੇ ਹੋ, ਸਾਡੇ ਗਿਆਨ ਵਿੱਚ ਵਾਧਾ ਕਰ ਰਹੇ ਹੋ। ਮੈਂ ਚਾਹਾਂਗਾ ਵੀ ਜਿਹੜਾ ਉਸ ਦਿਨ ਤੁਸੀਂ ਸ਼ੰਭੂ ਬਾਰਡਰ ਦੇ ਉੱਪਰ ਲੈਕਚਰ ਦਿੱਤਾ ਸੀ, ਉਸ ਲੈਕਚਰ ਦੇ ਵਿੱਚੋਂ 5 ਮਿੰਟ ਦਾ ਲੈਕਚਰ ਸਾਨੂੰ ਦੁਬਾਰਾ ਸੁਣਾ ਦਿਓ, ਕਿਉਂਕਿ ਬੜੀ ਮੰਗ ਉੱਠੀ ਸੀ ਵੀ ਉਹ ਬੱਚੀ ਬਹੁਤ ਵਧੀਆ ਬੋਲੀ ਹੈ। ਮੈਂ ਚਾਹਾਂਗਾ ਉਹ ਲੈਕਚਰ ਨੂੰ ਥੋੜ੍ਹਾ ਜਿਹਾ ਦੁਬਾਰਾ ਸਾਡੇ ਨਾਲ ਤੁਸੀਂ ਰਿਪੀਟ ਕਰ ਦਿਓ। ਮੈਂ ਇਸ ਲੈਕਚਰ ਦੀ ਸ਼ੁਰੂਆਤ ਇੱਕ ਕਵਿਤਾ ਤੋਂ ਕਰਾਂਗੀ। ਜਿਨ੍ਹਾਂ ਹੱਡਾਂ ਦੀ ਟਹਿਲ ਟਕੋਰ ਕੀਤੀ ਸਾਡੇ ਪੁਰਖਿਆਂ ਨੇ ਤੇ ਸਾਡੇ ਦਾਣਿਆਂ ਨੇ, ਉਹਨਾਂ ਸਾਡੇ ਹੀ ਤਖਤ ਅਕਾਲ ਭੰਨੇ, ਫੌਜਾਂ ਚਾੜ ਕੇ ਬਹੁਤੇ ਸਿਆਣਿਆਂ ਨੇ। ਤਾਬੜ ਤੋੜ ਨਜ਼ਰ ਨੇ ਘੁੰਡ ਚੁੱਕੇ, ਵੱਜੀ ਪੀਪਣੀ ਵੱਡੇ ਜਰਵਾਣਿਆਂ ਦੀ, ਮੁੰਡੇ ਫੁੱਲਾਂ ਜੇ ਖਤਰਿਆਂ ਨਾਲ ਖਹਿ ਗਏ, ਐਸੀ ਅਦਾ ਸੀ ਨੀਲਿਆਂ ਬਾਣਿਆਂ ਦੀ। ਰਣਜੀਤ ਬਾਵਾ ਜੀ ਦਾ ਜਿਹੜਾ ਨਵਾਂ ਗਾਣਾ ਆਇਆ ਹੈ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਅੱਜ ਦੇ ਬੱਚਿਆਂ ਨੂੰ 84 ਭੁੱਲ ਗਈ। ਉਹਦੇ ਵਿੱਚ ਮੈਂ ਕਹਿਣਾ ਚਾਹੁੰਦੀ ਹਾਂ ਕਿ ਅਸੀਂ 84 ਨਾ ਹੀ ਭੁੱਲਾਂਗੇ ਤੇ ਨਾ ਹੀ ਭੁੱਲ ਸਕਦੇ ਹਾਂ, ਕਿਉਂਕਿ ਸਾਡੇ ਦਾਦੇ ਪੜਦਾਦਿਆਂ ਦੇ ਗਲਾਂ ਵਿੱਚ ਬਲਦੇ ਟਾਇਰ ਪਾਏ ਉਹ ਅਸੀਂ ਨਹੀਂ ਭੁੱਲ ਸਕਦੇ। ਉਹ ਸਾਡੇ ਮਨ ਵਿੱਚ ਹਜੇ ਵੀ ਵਸੀ ਹੋਈ ਹੈ। ਸਾਡੇ ਮਾਵਾਂ ਭੈਣਾਂ ਦੀ ਇੱਜ਼ਤ ਬੇਪੱਤ ਹੋਈ, ਪੰਜਾਬ ਦੀ ਨੌਜਵਾਨੀ ਝੂਠੇ ਮੁਕਾਬਲੇ ਬਣਾ ਕੇ ਮਾਰ ਦਿੱਤੀ ਗਈ,
ਤੇ ਕਿੰਨੇ ਲੋਕ ਘਰਾਂ ਤੋਂ ਬੇਘਰ ਹੋ ਗਏ, ਜੋ ਕਿ ਬਿਲਕੁਲ ਵੀ ਅੱਛਾ ਨਹੀਂ ਹੋਇਆ। ਬਹੁਤ ਦੁੱਖ ਦੀ ਗੱਲ ਹੈ। ਤੇ ਸਾਨੂੰ ਅੱਜ ਕੱਲ੍ਹ ਕਿਤਾਬਾਂ ਵਿੱਚੋਂ ਜਿਵੇਂ ਸਾਡਾ ਇਤਿਹਾਸ ਹੈ ਉਹ ਸਾਨੂੰ ਨਹੀਂ ਪੜ੍ਹਾਇਆ ਜਾਂਦਾ। ਜਿਵੇਂ ਮਾਈ ਭਾਗ ਕੌਰ, ਉਹਨਾਂ ਬਾਰੇ ਸਾਨੂੰ ਨਹੀਂ ਦੱਸਿਆ ਜਾਂਦਾ। ਗਦਰੀ ਬਾਬਿਆਂ ਬਾਰੇ ਨਹੀਂ ਦੱਸਿਆ ਜਾਂਦਾ। ਗਦਰ ਲਹਿਰ, ਕੂਕਾ ਲਹਿਰ ਤੇ ਅਕਾਲੀ ਲਹਿਰ ਬਾਰੇ ਸਾਨੂੰ ਨਹੀਂ ਦੱਸਿਆ ਜਾਂਦਾ। ਗਦਰੀ ਬਾਬਿਆਂ ਨੇ ਕਿਉਂ ਇਹ ਗਦਰ ਲਹਿਰ ਚਲਾਈ ਸੀ? ਕਿਉਂਕਿ ਉਹ ਸਿੱਖੀ ਤੋਂ ਪ੍ਰੇਰਿਤ ਸੀ। ਉਹਨਾਂ ਨੇ ਕਵਿਤਾ ਲਿਖੀ ਸੀ, ਇੱਕ ਕਿ ਵਤਨ ਵਾਸੀਓ ਰੱਖਣਾ ਯਾਦ, ਸਾਨੂੰ ਕਿਤੇ ਦਿਲਾਂ 'ਚੋਂ ਨਾ ਭੁਲਾ ਜਾਣਾ। ਪਰ ਉਹਦੀ ਜਗ੍ਹਾ ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਸੇ ਨੇ ਕੀਤਾ? ਕਿਸੇ ਨੂੰ ਵੀ ਨਹੀਂ ਪਤਾ। ਸੈਲੂਲਰ ਜੇਲ੍ਹ ਜਾਣ ਤੋਂ 1.5 ਮਹੀਨੇ ਬਾਅਦ ਹੀ ਸਵਰਕਰ ਮਾਫੀ ਦੀਆਂ ਚਿੱਠੀਆਂ ਲੱਗ ਗਿਆ ਸੀ ਭੇਜਣ। ਉਹਨੂੰ ਸਾਰੇ ਵੀਰ ਕਹਿੰਦੇ ਨੇ, ਤੇ ਸਾਡੇ ਵਾਲੇ ਫਾਂਸੀਆਂ ਤੇ ਚੜ੍ਹ ਗਏ ਸੀ, ਪਰ ਕਿਸੇ ਨੇ ਕਦੇ ਮਾਫੀ ਨਹੀਂ ਮੰਗੀ। ਬਸ ਮੈਂ ਇੰਨਾ ਹੀ ਕਹਿਣਾ ਚਾਹਾਂਗੀ ਤੇ ਸਮਾਪਤੀ ਰਾਜ ਤੱਕ। ਇੱਕ ਹੋਰ ਮਨ ਦੇ ਵਿੱਚ ਖਿਆਲ ਆ ਰਿਹਾ, ਜਦੋਂ ਤੁਸੀਂ 84 ਦੀ ਗੱਲ ਕਰਦੇ ਹੋ ਜਾਂ ਤੁਸੀਂ ਸ਼ਹੀਦਾਂ ਦੀ ਗੱਲ ਕਰਦੇ ਹੋ, ਤੁਹਾਡੇ ਮਦਰ ਨੇ ਜਾਂ ਕਿਸੇ ਨੇ ਤੁਹਾਨੂੰ ਕਿਹਾ ਵੀ ਕੁੜੀਏ ਨਾ ਕਿੰਨਾ ਤੂੰ ਬੋਲਦੀ ਹੈ, ਕੋਈ ਦਿੱਕਤ ਪ੍ਰੋਬਲਮ ਆ ਸਕਦੀ ਹੈ, ਕਦੀ ਕਿਸੇ ਨੇ ਰੋਕਿਆ? ਮੇਰੇ ਪਾਪਾ ਤਾਂ ਮੈਨੂੰ ਕਹਿੰਦੇ ਨੇ ਕਿ ਹਾਂ ਤੂੰ ਇਹ ਚੀਜ਼ਾਂ ਕਰ, ਤੈਨੂੰ ਨੌਲੇਜ ਆਏਗੀ। ਲੇਕਿਨ ਮੇਰੇ ਮੰਮਾ ਥੋੜਾ ਜਿਹਾ ਡਰਦੇ ਨੇ ਕਿ ਮਤਲਬ ਸਿਆਸਤੀ ਵੀ ਐਵੇਂ ਨਾ ਕੋਈ ਕੁਝ ਕਰ ਦੇਵੇ, ਤਾਂ ਇਸ ਚੀਜ਼ ਤੋਂ ਮੰਮਾ ਨੂੰ ਥੋੜਾ ਡਰ ਲੱਗਦਾ ਹੈ। ਮੰਮਾ ਕਿਸ ਗੱਲ ਤੋਂ ਡਰਦੇ ਨੇ ਵੀ ਕੋਈ ਮੇਰੀ ਬੇਟੀ ਨੂੰ ਦਿੱਕਤ ਨਾ ਆ ਜਾਵੇ ਵੀ 84 ਦੀ ਗੱਲ ਕਰਦੀ ਹੈ? ਜਾਂ ਮੰਮਾ ਕਦੀ ਇਹ ਗੱਲ ਕਹਿੰਦੇ ਆ ਵੀ ਹੋਰ ਕਵਿਤਾਵਾਂ ਜਿੰਨੀਆਂ ਮਰਜ਼ੀ ਗੱਲ ਆ ਵੀ ਇਸ ਤਰੀਕੇ ਦੀਆਂ ਸੰਘਰਸ਼ ਨਾਲ ਜੁੜੀਆਂ ਹੋਈਆਂ ਨਾ ਗਾ, ਐਸਾ ਹੁੰਦਾ? ਮੰਮਾ ਬਸ ਇੰਨਾ ਬੋਲਦੇ ਨੇ ਕਿ ਕਿਸੇ ਵੀ ਲੀਡਰ ਦਾ ਜਾਂ ਕਿਸੇ ਵੀ ਬੰਦੇ ਦਾ ਇੱਦਾਂ ਨਾਮ ਨਾ ਲਓ, ਬਾਕੀ ਕਵਿਤਾਵਾਂ ਬੋਲੀਆਂ ਨੇ ਤਾਂ ਬੋਲੋ। ਵੀ ਕਵਿਤਾਵਾਂ ਜਿੰਨੀਆਂ ਮਰਜ਼ੀ ਬੋਲੀ ਜਾਓ, ਉਹਦੇ ਵਿੱਚ ਕਿਸੇ ਨੂੰ ਟਾਰਗੇਟ ਨਾ ਕੀਤਾ ਜਾਵੇ। ਸੋ ਦਰਸ਼ਕੋ, ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਦੀ ਸਾਂਝ ਪਾਉਣਾ ਵਾ। ਸਾਡੀ ਧੀ ਉਮਰ 13 ਸਾਲ ਹੈ, ਪਰਨੀਤ ਕੌਰ, ਤੇ ਜੋ ਪਿਛਲੇ ਦਿਨਾਂ ਦੇ ਵਿੱਚ ਸ਼ੰਭੂ ਮੋਰਚੇ ਦੇ ਵਿੱਚ ਬੱਚੀ ਨੇ ਬੋਲਿਆ ਬਹੁਤ ਜ਼ਿਆਦਾ ਸ਼ੇਅਰ ਹੋਇਆ ਸੀ। ਲੋਕਾਂ ਦੇ ਕਮੈਂਟਸ ਆ ਰਹੇ ਸੀ ਕਿ ਮੈਂ ਖੁਦ ਹੀ ਇਹਨਾਂ ਨਾਲ ਇੱਕ ਇੰਟਰਵਿਊ ਕੀਤੀ ਜਾਵੇ। ਫਿਰ ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ। ਕਈ ਵਾਰੀ ਐਸਾ ਹੁੰਦਾ ਹੈ ਵੀ ਜਿਵੇਂ ਦੀਪ ਸਿੱਧੂ ਵੀਰ ਹੋ ਗਿਆ, ਅਸੀਂ ਹੋ ਗਏ, ਅਸੀਂ ਲੰਮਾ ਸਮਾਂ ਬੋਲਦੇ ਰਹੇ ਹਾਂ। ਸਾਨੂੰ ਕੋਈ ਕਿਸੇ ਵੀ ਪ੍ਰਕਾਰ ਦਾ ਸਵਾਲ ਕਰ ਦੇਵੇ ਤੇ ਸਾਨੂੰ ਉਹਦੇ ਵਿੱਚ ਦਿੱਕਤ ਨਹੀਂ ਆਉਂਦੀ, ਸਵਾਲ ਬਣਾਉਂਦਿਆਂ ਦਿੱਕਤ ਨਹੀਂ ਆਉਂਦੀ, ਸਵਾਲ ਦਾ ਜਵਾਬ ਦਿੰਦਿਆਂ ਦਿੱਕਤ ਨਹੀਂ ਆਉਂਦੀ। ਪਰ ਕਈ ਵਾਰੀ ਉਮਰ ਛੋਟੀ ਹੁੰਦੀ ਏ, ਜਿੰਨਾ ਕੋ ਲੈਕਚਰ ਤਿਆਰ ਕੀਤਾ ਹੁੰਦਾ, ਬੱਚੀਆਂ ਕਈ ਵਾਰੀ ਉਹਨਾਂ ਬੋਲਦੀਆਂ ਨੇ, ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹਦੇ ਵਿੱਚ ਖੜੋਤ ਆ ਜਾਂਦੀ ਹੈ। ਮੈਂ ਨਹੀਂ ਚਾਹੁੰਦਾ ਕਿ ਬੱਚੀ ਦੇ ਮੂੰਹੋਂ ਕੋਈ ਐਸੀ ਗੱਲ ਨਿਕਲ ਜਾਵੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਮਾਪਿਆਂ ਨੂੰ ਭੁਗਤਣੀ ਪਵੇ ਜਾਂ ਸਾਡੀ ਇਸ ਬੱਚੀ ਨੂੰ ਭੁਗਤਣੀ ਪਵੇ। ਪਰ ਚੰਗਾ ਲੱਗਾ, ਬੱਚੀ ਨੇ ਬੜਾ ਸੁੰਦਰ ਕਿਹਾ, ਕਹਿੰਦੀ ਮੈਂ ਬੋਲਦੀ ਹਾਂ ਜਦੋਂ ਸੰਘਰਸ਼ ਬਾਰੇ, 84 ਬਾਰੇ ਪਾਪਾ ਮੈਨੂੰ ਕਹਿੰਦੇ ਨੇ ਕਿ ਬੋਲੋ, ਪਰ ਕਿਤੇ ਨਾ ਕਿਤੇ ਬੇਟੀ ਨੇ ਕਿਹਾ ਵੀ ਮੇਰੀ ਮਾਂ ਮੈਨੂੰ ਰੋਕਦੀ ਹੈ ਵੀ ਬੇਟਾ ਟਾਰਗੇਟ ਨਾ ਕਰੋ, ਕਵਿਤਾਵਾਂ ਜਿੰਨੀਆਂ ਮਰਜ਼ੀ ਬੋਲੋ। ਹਾਂ, ਇਸੇ ਪ੍ਰਕਾਰ ਹੋ ਜਾਂਦਾ ਹੈ, ਮਾਂ ਨੂੰ ਕਿਤੇ ਨਾ ਕਿਤੇ ਅੰਦਰ ਇਹ ਡਰ ਹੁੰਦਾ ਹੈ। ਇਹ ਇਕੱਲੀ ਗੱਲ ਪਰਨੀਤ ਦੀ ਮਾਂ ਦੀ ਨਹੀਂ ਹੈ, ਇਹ ਕਈ ਵਾਰੀ ਸਾਡੀਆਂ ਮਾਵਾਂ ਦੇ ਮਨ ਦੇ ਵਿੱਚ ਵੀ ਆ ਜਾਂਦਾ, ਕਿਉਂਕਿ ਹਰ ਮਾਂ ਮਾਤਾ ਗੁਜਰੀ ਨਹੀਂ ਬਣ ਸਕਦੀ। ਇਹ ਹਕੀਕਤ ਹੈ ਦੁਨੀਆ ਦੀ। ਹਰ ਮਾਂ ਮਾਤਾ ਗੁਜਰੀ ਨਹੀਂ ਬਣ ਸਕਦੀ, ਹਰ ਮਾਂ ਗੰਗਾ ਨਹੀਂ ਬਣ ਸਕਦੀ। ਇਸ ਕਰਕੇ ਸਾਨੂੰ ਇਹ ਸਾਰੀਆਂ ਚੀਜ਼ਾਂ ਵਿਚਾਰਨੀਆਂ ਪੈਣੀਆਂ ਨੇ। ਕਿਤੇ ਨਾ ਕਿਤੇ ਪਰਿਵਾਰਾਂ ਦੇ ਅੰਦਰ ਇੱਕ ਖੌਫ ਹੁੰਦਾ, ਪਰ ਇਹ ਖੌਫ ਆਇਆ ਕਿਵੇਂ? ਕਿਉਂਕਿ ਸਮੇਂ ਦੇ ਉੱਪਰ ਦੇਖਿਆ, ਜੇ ਕਿਸੇ ਦੇ ਕੋਲੋਂ ਕੋਈ ਲਿਟਰੇਚਰ ਪਕੜਿਆ ਗਿਆ ਤੇ ਉਹਨਾਂ ਦੇ ਉੱਪਰ ਕਈ ਪ੍ਰਕਾਰ ਦੀਆਂ ਧਾਰਾਵਾਂ ਲਾ ਦਿੱਤੀਆਂ ਗਈਆਂ। ਜੇ ਕਿਸੇ ਦਾ ਕੋਈ ਐਸਾ ਲੈਕਚਰ ਹੋਇਆ, ਉਹਦੇ ਪਿੱਛੇ CID ਲਾ ਦਿੱਤੀ ਗਈ। ਕਿਤੇ ਨਾ ਕਿਤੇ ਮਾਵਾਂ ਇਸ ਕਰਕੇ ਘਬਰਾ ਗਈਆਂ। ਜੇ ਮੈਂ ਸੰਘਰਸ਼ ਦੀ ਗੱਲ ਕਰਾਂ ਤੇ ਭੋਲੀਆਂ ਮਾਵਾਂ ਦੇ ਕੋਲ CID ਆਉਂਦੀ ਸੀ, ਆ ਕੇ ਕਹਿੰਦੇ ਸੀ ਮਾਂ ਤੇਰੇ ਪੁੱਤ ਨੂੰ ਬਚਾ ਦੇਵਾਂਗੇ, ਜਾਣਕਾਰੀ ਦੇ ਦੇ ਵੀ ਤੇਰੇ ਘਰ ਦੇ ਵਿੱਚ ਅਸਲਾ ਕਿੰਨਾ ਸੀ। ਉਹਨੇ ਕਈ ਵਾਰੀ ਕਹਿਣਾ ਵੀ ਸਾਡੇ ਘਰ ਦੇ ਵਿੱਚ ਕੁਝ ਵੀ ਐਸਾ ਨਹੀਂ ਸੀ, ਤੇ ਕਈ ਵਾਰੀ ਕਹਿੰਦੇ ਹੁੰਦੇ ਸੀ ਮਾਂ ਸੱਚ ਦੱਸਦੇ ਨਹੀਂ ਤੇ ਨੁਕਸਾਨ ਤੇਰੇ ਪੁੱਤ ਦਾ ਹੋ ਜਾਣਾ ਹੈ। ਕੁਝ ਗੱਲਾਂ ਜਿਹੜੀਆਂ ਨੇ ਉਹ ਭੋਲੀਆਂ ਸਾਡੀਆਂ ਮਾਵਾਂ ਕੁਝ ਬੋਲ ਦਿੰਦੀਆਂ ਹੁੰਦੀਆਂ ਸੀ ਤੇ ਉਹਦਾ ਖਮਿਆਜ਼ਾ ਕਈ ਵਾਰੀ ਭੁਗਤਣਾ ਪੈ ਜਾਂਦਾ ਸੀ। ਸੋ ਸਮੇਂ ਦੇ ਉੱਪਰ ਸਰਕਾਰਾਂ ਇੰਨਾ ਕੁ ਗਿਰ ਕੇ ਵੀ ਕੰਮ ਕਰਦੀਆਂ ਰਹੀਆਂ ਨੇ ਵੀ ਮੇਰੇ ਖਿਆਲ ਦੇ ਵਿੱਚ ਡਿੱਗਣ ਦਾ ਵੀ ਕੋਈ ਮਿਆਰ ਹੋਣਾ ਚਾਹੀਦਾ, ਪਰ ਉਸ ਤੋਂ ਵੀ ਕੰਮ ਹੇਠਾਂ ਜਾ ਪਿਆ। ਇਸ ਕਰਕੇ ਬੱਚੀ ਕਹਿੰਦੀ ਹੈ ਕਿ ਮਾਂ ਰੋਕਦੀ ਹੈ। ਆਓ ਆਪਾਂ ਬੱਚੀ ਨੂੰ ਇਹ ਗੱਲ ਪੁੱਛਦੇ ਹਾਂ ਵੀ ਕਿੰਨੇ ਕੁ ਐਸੇ ਲੈਕਚਰ ਨੇ ਜਿਹੜੇ ਇਹ ਧੀ ਬੋਲਦੀ ਹੈ, ਜਾਂ ਅੱਗੇ ਇਨ ਫਿਊਚਰ ਦੀ ਗੱਲ ਕਰਾਂ ਤੇ ਬੇਟੀ ਦੇ ਮਨ ਦੇ ਵਿੱਚ ਕੀ ਖਿਆਲ ਹੈ? ਬੇਟਾ ਜਿਵੇਂ ਤੁਸੀਂ ਬੋਲਿਆ, ਇਹ ਤੁਸੀਂ ਆਪ ਲਿਖਿਆ ਜਾਂ ਪਾਪਾ ਨੇ ਤਿਆਰ ਕੀਤਾ? ਤਿਆਰ ਤਾਂ ਮੇਰੇ ਪਾਪਾ ਕਰਵਾਉਂਦੇ ਨੇ ਤੇ ਉਹਨਾਂ ਵਿੱਚ ਜਾਨ ਮੈਂ ਪਾ ਦਿੰਦੀ ਹਾਂ। ਅੱਛਾ, ਤਿਆਰ ਪਾਪਾ ਕਰਦੇ ਆ, ਜਾਨ ਤੁਸੀਂ ਪਾ ਦਿੰਦੇ ਹੋ। ਅੱਛਾ, ਜਾਨ ਪਾਉਣ ਦਾ ਮਤਲਬ? ਉਹਨਾਂ ਨੂੰ ਇੱਕ ਸਹੀ ਤਰੀਕੇ ਨਾਲ, ਉਹਨਾਂ ਦੇ ਲਹਿਜ਼ੇ ਨਾਲ, ਜਿਵੇਂ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਉਸ ਤਰੀਕੇ ਨਾਲ ਬੋਲਣਾ। ਵੀ ਉਹਦੇ ਵਿੱਚ ਜਾਨ ਤੁਸੀਂ ਪਾ ਦਿੰਦੇ ਹੋ, ਤਿਆਰ ਪਾਪਾ ਕਰ ਦਿੰਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਤੁਸੀਂ ਖੁਦ ਲਿਖ ਕੇ ਖੁਦ ਬੋਲਿਆ ਕਰੋਗੇ? ਕੋਸ਼ਿਸ਼ ਤਾਂ ਇਹੀ ਰਹੇਗੀ ਕਿ ਮੈਂ ਵੀ ਫਿਊਚਰ ਦੇ ਲਈ ਆਪਣੀ ਤਿਆਰੀ ਕਰਾਂ ਤੇ ਇਸੇ ਤਰ੍ਹਾਂ ਵੱਧਦੀ ਰਵਾਂ
ਖੁਦ ਇਸ ਟਾਈਮ ਤਾਂ ਪਾਪਾ ਮੈਨੂੰ ਤਿਆਰ ਕਰਕੇ ਕਰਦੇ ਨੇ, ਲੇਕਿਨ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਖੁਦ ਆਪਣੀ ਚੀਜ਼ਾਂ ਲਿਖ ਕੇ ਖੁਦ ਤੁਹਾਡੇ ਸਾਹਮਣੇ ਪੇਸ਼ ਕਰਾਂਗੀ। ਪਰ ਜਿਵੇਂ ਤੁਸੀਂ ਦੱਸਿਆ ਵੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਐਂਕਰ ਬਣਨਾ ਚਾਹੁੰਦੀ ਹਾਂ, ਮੈਂ ਐਕਟਰ ਬਣਨਾ ਚਾਹੁੰਦੀ ਹਾਂ, ਪਰ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਮੈਂ ਇੱਕ ਸਕਾਲਰ ਬਣਨਾ ਚਾਹੁੰਦੀ ਹਾਂ, ਇੱਕ ਰਾਈਟਰ ਬਣਨਾ ਚਾਹੁੰਦੀ ਹਾਂ? ਐਕਚੁਅਲੀ ਮੇਰੀ ਸਾਰੀ ਚੀਜ਼ਾਂ ਮਤਲਬ ਜਿਹੜੀ ਮੇਰੀ ਆਵਾਜ਼ ਹੈ, ਸਾਰੇ ਮੈਨੂੰ ਕਹਿੰਦੇ ਨੇ ਕਿ ਤੇਰੀ ਆਵਾਜ਼ ਬਹੁਤ ਬੁਲੰਦ ਹੈ, ਤੂੰ ਇਸੇ ਤਰ੍ਹਾਂ ਨਾਲ ਇਸੇ ਚੀਜ਼ ਦੇ ਲਈ ਅੱਗੇ ਵੱਧ। ਤੇ ਮੈਂ ਆਪਣੀ ਪੋਇਟਰੀਜ਼, ਆਪਣੇ ਲੈਕਚਰਸ ਵਗੈਰਾ ਸਾਰੇ ਪਾਉਂਦੀ ਹਾਂ ਹਰ ਮਹੀਨੇ, ਹਰ ਹਫਤੇ ਵਿੱਚ। ਤੇ ਇਸੇ ਤਰ੍ਹਾਂ ਨਾਲ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਸਕੋਲਰ ਦੇ ਇਸ ਚੀਜ਼ ਦੇ ਲਈ ਵੀ ਤਿਆਰੀ ਕਰਾਂ। ਬੇਟਾ ਬਹੁਤ ਬਹੁਤ ਧੰਨਵਾਦ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਦਰਸ਼ਕੋ, ਤੁਹਾਡੀ ਇੱਕ ਬੜੀ ਮੰਗ ਸੀ ਕਿ ਬੱਚੀ ਦੇ ਨਾਲ ਇੰਟਰਵਿਊ ਕੀਤੀ ਜਾਵੇ। ਮੈਂ ਬੱਚੀ ਨਾਲ ਇੰਟਰਵਿਊ ਕੀਤੀ ਹੈ, ਪਰ ਕਈ ਵਾਰੀ ਐਸਾ ਹੁੰਦਾ ਜਿਵੇਂ ਦੀਪ ਸਿੱਧੂ ਵੀਰ ਜਾਂ ਹੋਰ ਅਨੇਕਾਂ ਸ਼ਖਸੀਅਤਾਂ ਜਦੋਂ ਆਪਾਂ ਇੱਕ ਛੋਟਾ ਜਿਹਾ ਸਵਾਲ ਕਰ ਦਿੰਦੇ ਹਾਂ ਤੇ ਉਹਦਾ ਜਵਾਬ ਕਾਫੀ ਗੰਭੀਰਤਾ ਵਿੱਚ ਲੰਬਾ ਹੁੰਦਾ ਹੈ। ਇਹ ਬੱਚੇ ਅਜੇ ਉਸ ਰਾਹਾਂ ਦੇ ਪਾਂਧੀ ਬਣੇ ਨੇ। ਜਿਵੇਂ ਆਪਾਂ ਪੁੱਛਦੇ ਹਾਂ ਵੀ ਕੀ ਬਣਨਾ ਚਾਹੁੰਦੇ ਹੋ, ਕਹਿੰਦੇ ਮੈਂ ਐਕਟਰ ਜਾਂ ਐਂਕਰ। ਇੱਥੇ ਗੱਲ ਕਈ ਵਾਰੀ ਮੁੱਕ ਜਾਂਦੀ ਹੈ। ਕਈ ਵਾਰੀ ਜਦੋਂ ਅਸੀਂ ਹੰਡ ਜਾਂਦੇ ਹਾਂ ਫਿਰ ਅਸੀਂ ਦੱਸਦੇ ਹਾਂ ਵੀ ਮੈਂ ਐਕਟਰ ਕਿਉਂ ਬਣਨਾ ਚਾਹ ਰਹੀ ਹਾਂ ਜਾਂ ਐਂਕਰ ਬੇਟੀ ਦੱਸੇਗੀ ਵੀ ਕਿਉਂ ਬਣਨਾ ਚਾਹ ਰਹੀ ਹਾਂ। ਪਰ ਵਕਤ ਦੇ ਹਿਸਾਬ ਨਾਲ ਸਾਨੂੰ ਸ਼ਬਦ ਲੱਭਦੇ ਨੇ, ਵਕਤ ਦੇ ਹਿਸਾਬ ਨਾਲ ਸਾਨੂੰ ਸ਼ਬਦਾਂ ਦੀ ਤਰਤੀਬ ਬਣਾਉਣੀ ਆਉਂਦੀ ਹੈ, ਵਕਤ ਲੱਗ ਜਾਂਦਾ ਹੁੰਦਾ ਹੈ। ਸੋ ਬਹੁਤ ਜਲਦੀ ਤੁਹਾਡੀ ਸੇਵਾ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਨਾਲ ਆਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।